ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु सवारियो, सिख मिशनरी कॉलेज वालों चल रही रोजाना ऑनलाइन गुरमत क्लास विच आप सारिਆਂ ਨੂੰ जी आया। ਅੱਜ ਦਾ ਸਾਡਾ ਵਿਸ਼ਾ ਭਗਤ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਹੈ। ਭਗਤ ਬਾਣੀ ਵਿੱਚੋਂ ਸ਼ਬਦ ਜੋ ਅਰਥ ਭਾਵ ਗੂੜੇ ਰੱਖਦੇ ਹਨ ਜਾਂ ਜਿਨ੍ਹਾਂ ਦੀ ਸ਼ਬਦਾਵਲੀ ਕੁਝ ਕਠਿਨ ਹੈ ਜਾਂ ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ, ਉਹਨਾਂ ਸ਼ਬਦਾਂ ਵਿੱਚੋਂ 94 ਸ਼ਬਦਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ ਦਾ ਸ਼ਬਦ ਸਾਡੇ ਸਕਰੀਨ ਤੇ ਡਿਸਪਲੇ ਹੈ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੈ, ਮਾਈ ਮੋਏ ਅਵਰ ਨਾ ਜਾਣਿਓ ਆਨਾਨਾ। ਇਹ ਸ਼ਬਦ ਦੀ ਵਿਚਾਰ ਅੱਜ ਸਾਡੇ ਨਾਲ ਸਾਂਝੀ ਕਰਨਗੇ ਭੈਣ ਜੀ ਮਨਿੰਦਰ ਕੌਰ ਜੀ। तो मैं भैन जी ਨੂੰ ਬੇਨਤੀ ਕਰ ਰਿਹਾ ਹਾਂ ਕਿ ਸ਼ਬਦ ਦੀ ਵਿਚਾਰ ਆਰੰਭ ਕਰਨ। ਮਾਈ ਮੋਏ ਅਵਰ ਨਾ ਜਾਣਿਓ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਹੈ ਪਹਿਲੇ ਗੌੜੀ ਰਾਗ ਦਾ ਕਬੀਰ ਸਾਹਿਬ ਜੀ ਦਾ, ਤੇ ਪਹਿਲੇ ਉਚਾਰਨ ਕਰਦੀ ਹਾਂ। ਮਾਈ ਮੋਹੇ ਅਵਰ ਨ ਜਾਣਿਓ ਆਨਾਨਾ, शिव सनकाद जास गुण गावे, तास बसै मोरे प्राणा न रहाओ। हृदय प्रगास ज्ञान गुर गम्मत, गगन मंडल में ध्याना ना, बिखै रोग पै बंधन भागे, मन निज घर सुख जाना ना। एक सुमत रत जान मान प्रभ, दूसर मने ना आना ना। चंदन बास भय मन वासन, त्याग घट्यो अभिमाना ना। जो जन गाए त्याए जस ठाकर, तास प्रभु है थाना ना। तह बड़ भाग बस्यो मन जाके, करम प्रधान मथाना ना। काट सकत शिव सहज प्रगास्यो, एकै एक समाना ना। कह कबीर गुर पेट महासुख, भ्रमत रहे मन माना ना। ਇਹ ਸ਼ਬਦ ਜਿਹੜਾ ਹੁਣੇ ਅਸੀਂ ਸਰਵਣ ਕੀਤਾ ਹੈ, ਇਹ ਭਗਤ ਕਬੀਰ ਜੀ ਦਾ ਗੌੜੀ ਰਾਗ ਦਾ ਸ਼ਬਦ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੌੜੀ ਰਾਗ ਦੀਆਂ 12 ਵੰਨਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੀਆਂ ਗਈਆਂ ਹਨ। गौड़ी ग्वारेरी, गौड़ी दखनी, गौड़ी चेती, गौड़ी बैरागन, गौड़ी दीप की, गौड़ी पूर्वी दीप की, गौड़ी पूर्वी, गौड़ी माज, गौड़ी मालवा, ते गौड़ी भी सोरठ भी, ते गौड़ी माला अते शुद्ध गौड़ी। ਇਹ ਸ਼ਬਦ शुद्ध गौड़ी राग ਵਿੱਚ ਹੈ। ਇਸ ਸ਼ਬਦ ਵਿੱਚ ਇੱਕ ਹੋਰ ਖਾਸ ਗੱਲ ਹੈ। ਜਿਵੇਂ ਅਸੀਂ ਉਚਾਰਨ ਕਰਨ ਲੱਗਿਆ ਦੇਖਿਆ ਹੈ, ਪੰਕਤੀ ਦੇ ਅਖੀਰਲੇ ਅੱਖਰ ਨੂੰ ਨੰਨਾ 2 ਵਾਰ ਲੱਗਿਆ ਹੈ। ਇਹ ਛੰਦਾਬੰਦੀ ਦੀ ਖੂਬਸੂਰਤੀ ਹੈ। ਛੰਦਾਬੰਦੀ ਨੂੰ ਪੂਰਾ ਕਰਦੇ ਹੋਏ ਅਲੰਕਾਰਾਂ ਨਾਲ ਕਾਵਿ ਸ਼ੈਲੀ ਨੂੰ ਸ਼ਿੰਗਾਰਿਆ ਹੈ। ਇਹ ਕਵਿਤਾ ਦਾ ਅਲੰਕਾਰਕ ਰੂਪ ਹੈ। ਕੋਈ ਵੀ ਕਾਵਿ ਸ਼ੈਲੀ ਹੈ, ਉਸਨੂੰ ਅਲੰਕਾਰਾਂ ਨਾਲ ਸਜਾਇਆ ਜਾਂਦਾ ਹੈ। ਇੱਥੇ ਵੀ ਛੰਦਾਬੰਦੀ ਕਰਕੇ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਸ ਨਾਲ ਅਰਥਾਂ ਵਿੱਚ ਕੋਈ ਫਰਕ ਨਹੀਂ ਆਉਂਦਾ। ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਅਧਿਆਤਮਕ ਉਪਦੇਸ਼ ਦਿੰਦੇ ਹੋਏ ਕਾਵਿ ਰੂਪ ਨੂੰ ਕਿੱਥੇ ਵੀ ਵਿਗੜਨ ਨਹੀਂ ਦਿੱਤਾ, ਬਲਕਿ ਉਸਨੂੰ ਸ਼ਿੰਗਾਰਨ ਵਾਲੇ ਪਾਸੇ ਤੁਰੇ ਨੇ। ਇਹ ਉਹਨਾਂ ਦੀ ਵਿਦਵਤਾ ਹੈ। ਇਸ ਸ਼ਬਦ ਵਿੱਚ 2-2 ਪੰਕਤੀਆਂ ਦੇ 4 ਬੰਦ ਹਨ। ਪਹਿਲਾ ਹੀ ਬੰਦ ਰਾਹੋਂ ਦਾ ਹੈ, ਤੇ ਰਾਹੋਂ ਦੀ ਪੰਕਤੀ ਹੈ, ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ, शिव सनकाद जास गुण गावे, तास बसे मोरे प्राणा ना रहाओ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਹੁੰਦਾ ਹੈ, ਇਸ ਲਈ ਅਸੀਂ ਰਹਾਉ ਦੀ ਵਿਚਾਰ ਪਹਿਲਾਂ ਕਰਦੇ ਹਾਂ, ਜਿਸ ਨਾਲ ਕਿ ਸ਼ਬਦ ਦਾ ਭਾਵ ਬਣਿਆ ਰਵੇ। ਇਸ ਸ਼ਬਦ ਦੀ ਪਹਿਲੀ ਹੀ ਪੰਕਤੀ ਰਹਾਉ ਦੀ ਹੈ ਤੇ ਮਾਈ ਮਾਂ ਲਈ ਆਇਆ ਹੈ। ਮੋਹੇ ਤੋਂ ਭਾਵ ਹੈ ਮੈਂ, ਭਾਵ ਆਪਣੇ ਉੱਤੇ ਟੁਕਾ ਕੇ ਗੱਲ ਕੀਤੀ ਹੈ, ਇਸ ਲਈ ਮੋਹੇ ਪੜਨਾ ਹੈ। ਅਵਰ ਕੋਈ ਦੂਜਾ ਜਾਂ ਹੋਰ ਕਿਸੇ ਨੂੰ, ਨਾ ਜਾਣਿਓ ਨਹੀਂ ਜਾਣਿਆ ਨਹੀਂ ਸਮਝਿਆ। ਆਨਾ ਨਾ ਕੋਈ ਹੋਰ ਕਿਸੇ ਹੋਰ ਨੂੰ। ਸ਼ਿਵ ਸਨਕਾਦ, ਬ੍ਰਹਮਾ ਦੇ 4 ਪੁੱਤਰਾਂ ਵਿੱਚੋਂ ਸਨਕ ਆਦਿ। ਸਨਕ ਆਦਿ 2 ਅੱਖਰਾਂ ਦੇ ਮੇਲ ਤੋਂ ਬਣਿਆ ਹੈ। ਜਾਸ ਗੁਣ, ਜਿਸ ਦੇ ਗੁਣ। ਗਾਵੇਂ, ਗਾਵੇਂ ਗਾਉਂਦੇ ਹਨ, ਇਹ ਬਹੁਵਚਨ ਹੈ। ਤਾਸ, ਤਿਸ ਵਿੱਚ, ਉਸ ਪ੍ਰਭੂ ਵਿੱਚ। ਸੱਸਾ ਔਂਕੜ ਨਾਲ ਆਇਆ ਹੈ, ਉਸ ਵਿੱਚ ਪ੍ਰਭੂ ਦੀ ਗੱਲ ਹੈ, ਇੱਕ ਵਚਨ ਹੈ। ਬਸੈ, ਬਿੰਦੀ ਨਾਲ ਉਚਾਰਨ ਹੋਏਗਾ, ਬਸਦੇ ਹਨ, ਬਹੁਵਚਨ ਨੂੰ ਬਿੰਦੀ ਲਾ ਕੇ ਪੜਿਆ ਜਾਂਦਾ ਹੈ। ਸੋ ਮੇਰੇ ਪ੍ਰਾਣਾ ਨਾ ਮੇਰੇ ਪ੍ਰਾਣ। ਸਪਸ਼ਟ ਅਰਥ ਹਨ, ਹੇ ਮੇਰੀ ਮਾਂ, ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ। ਕਿਉਂ ਨਹੀਂ ਸਮਝਿਆ? ਕਿਉਂਕਿ ਮੇਰੇ ਪ੍ਰਾਣ ਤਾਂ ਉਸ ਪ੍ਰਭੂ ਵਿੱਚ ਵਸ ਰਹੇ ਹਨ, ਜਿਸ ਦੇ ਗੁਣ ਸ਼ਿਵ ਤੇ ਸਨਕ ਆਦਿ ਗਾਉਂਦੇ ਹਨ। ਰੱਬ ਨਾਲ ਪ੍ਰੀਤ ਜੋੜਨ ਦੀ ਗੱਲ ਕਬੀਰ ਸਾਹਿਬ ਜੀ ਰਹਾਉਬੰਦ ਵਿੱਚ ਕਰ ਰਹੇ ਹਨ ਕਿ ਰੱਬ ਤੋਂ ਬਿਨਾ ਤੂੰ ਕਿਸੇ ਹੋਰ ਵੱਲ ਨਹੀਂ ਜਾਣਾ ਹੈ। ਇਸ ਤੇ ਹੀ ਕਬੀਰ ਸਾਹਿਬ ਜੀ ਫੋਕਸ ਕਰ ਰਹੇ ਹਨ। ਜਦ ਅਸੀਂ ਸਮਾਜ ਵਿੱਚ ਦੇਖਦੇ ਹਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਲੋੜਾਂ ਤੇ ਤਰ੍ਹਾਂ ਤਰ੍ਹਾਂ ਦੇ ਰੱਬ ਹਨ। ਜਿਵੇਂ ਬੰਦਾ ਮੀਂਹ ਤੋਂ ਡਰਿਆ ਤੇ ਮੀਂਹ ਦੀ ਲੋੜ ਮਹਿਸੂਸ ਹੋਈ ਤੇ ਇੰਦਰ ਨੂੰ ਰੱਬ ਬਣਾ ਦਿੱਤਾ। ਇਸੇ ਤਰ੍ਹਾਂ ਕੁਦਰਤੀ ਚੀਜ਼ਾਂ ਜੋ ਰੱਬ ਨੇ ਪੈਦਾ ਕੀਤੀਆਂ ਹਨ, ਉਹ ਰੱਬ ਦੀ ਥਾਂ ਨਹੀਂ ਲੈ ਸਕਦੀਆਂ, ਪਰ ਅਸੀਂ ਉਹਨਾਂ ਨੂੰ ਰੱਬ ਮੰਨਣ ਲੱਗ ਪੈਂਦੇ ਹਾਂ। ਪਰ ਕਬੀਰ ਸਾਹਿਬ ਜੀ ਕਹਿੰਦੇ ਹਨ, ਉਹ ਰੱਬ ਦੀ ਥਾਂ ਨਹੀਂ ਲੈ ਸਕਦੀਆਂ ਹਨ ਤੇ ਨਾ ਮੈਂ ਉਹਨਾਂ ਨੂੰ ਜਾਣਦਾ ਹਾਂ। ਰੱਬ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਲਿਖਦੇ ਹਨ, ਆਪਣੇ ਜੀਵਨ ਦਾ ਆਸਰਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ। ਆਸਰਾ ਹੀ ਅਸੀਂ ਬਣਾਇਆ ਹੈ ਕਿ ਜਿਹਦੀ ਲੋੜ ਹੋਈ ਉਸਨੂੰ ਆਸਰਾ ਬਣਾ ਲਿਆ। ਪਰ ਜਦੋਂ ਇਹਨਾਂ ਕੁਦਰਤੀ ਤੱਤਾਂ ਨੂੰ, ਹਵਾ, ਪਾਣੀ, ਅਗਨੀ ਆਦਿ ਜੋ 5 ਤੱਤ ਹਨ, ਜਿਨ੍ਹਾਂ ਨੂੰ ਅਸੀਂ ਸਾਰੇ ਦੇਖਦੇ ਹਾਂ ਤੇ ਉਹ ਵੀ ਮਾਲਕ ਦੇ ਪੈਦਾ ਕੀਤੇ ਹੋਏ ਹਨ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਕੌਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ, ਇਹਨਾਂ ਨੂੰ ਪਾਗਲਾ ਪੂਰੀ ਬਣਤ ਬਣਤੀ। ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁਖ ਪਾਈ। ਹਵਾ, ਪਾਣੀ, ਅਗ ਆਦਿ ਜਿਹੜੇ ਤੱਤ ਹਨ, ਉਹ ਪਰਮਾਤਮਾ ਦੇ ਹੁਕਮ ਵਿੱਚ ਤੁਰਦੇ ਹਨ। ਹੁਕਮ ਵਿੱਚ ਤੁਰਨਾ ਹੀ ਨਿਰਮਲ ਭਾਵ ਹੈ, ਭਗਤੀ ਹੈ। ਤੇ ਬਜਵੇਂ ਨਿਯਮਾਂ ਵਿੱਚ ਰਹਿਣ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ। ਫਿਰ ਜਦ ਇਹ ਤੱਤ ਆਪ ਹੀ ਉਹਦੇ ਹੁਕਮ ਵਿੱਚ ਪੈਦਾ ਕੀਤੇ ਹੋਏ ਹਨ, ਤੇ ਫਿਰ ਇਹ ਜੀਵਨ ਦਾ ਆਸਰਾ ਕਿਵੇਂ ਹੋ ਸਕਦੇ ਹਨ? ਇਹ ਰੱਬ ਕਿਸ ਤਰ੍ਹਾਂ ਹੋ ਸਕਦੇ ਨੇ? ਇਹ ਰੱਬ ਦੀ ਥਾਂ ਕਿਵੇਂ ਲੈ ਸਕਦੇ ਨੇ? ਰੱਬ ਤਾਂ ਸਭ ਤੋਂ ਉੱਪਰ ਹੈ। ਤੇ ਰਹਾਉ ਦੀ ਦੂਸਰੀ ਪੰਕਤੀ ਵਿੱਚ ਕਹਿੰਦੇ ਹਨ, ਸ਼ਿਵ ਸਨਕਾਦ ਜਾਸ ਗੁਣ ਗਾਵੇਂ, ਤਾਸ ਬਸੈ ਮੋਰੇ ਪ੍ਰਾਣਾ ਨਾ। ਜਿਨੇ ਤੁਸੀਂ ਰੱਬ ਬਣਾ ਕੇ ਬੈਠੇ ਹੋ ਨਾ, ਇਹ ਵੀ ਉਹਦੇ ਹੀ ਗੁਣਗਾਨ ਕਰਦੇ ਹਨ। ਗੁਣ ਗਾਣਾ ਪਾਉ ਉਸਦੇ ਹੀ ਹੁਕਮ ਵਿੱਚ ਰਹਿਣਾ, ਤੇ ਜਿਸ ਦੇ ਹੁਕਮ ਵਿੱਚ ਇਹ ਹੀ ਹਨ, ਮੈਂ ਉਸਨੂੰ ਹੀ ਤਾਂ ਪ੍ਰਾਣ ਦਾ ਆਧਾਰ ਬਣਾਇਆ ਹੈ। ਮਾਇਰੀ ਮਾਤੀ ਚਰਨ ਸਮੂਹ, ਏਕਸ ਬਿਨ ਹਉ ਆਨ ਨਾ ਜਾਣੋ, ਦੁਤੀਆ ਪਾਉ ਸਭ ਲੂ ਰਾਓ। त्याग गोपाल अवर जो करना, ते बिख्या के तू, ते बिख्या के खू। दर्स प्यास मेरा मन मोयो, काढ़ी नरक ते तू। संत प्रसाद मिल्यो सुखदाता, बिनसी हौमै हूँ। राम रंग राते दास नानक, ਮੌਲਿਓ ਮਨ ਤਨ ਜੂ। ਜੀਵਨ ਦੇ ਵਿੱਚ ਮਾਇਕ, ਸਰੀਰਕ, ਬੌਧਿਕ ਕਿਸੇ ਕਿਸਮ ਦੀ ਵੀ ਲੋੜ ਹੈ। ਮੈਂ ਲੋੜ ਨੂੰ ਆਸਰਾ ਨਹੀਂ ਬਣਾਇਆ। ਮੇਰਾ ਆਸਰਾ ਤੇ ਮਾਲਕ ਜੀ, ਰੱਬ ਜੀ ਨੇ। ਜੇ ਇਸ ਨੂੰ ਆਪਣੇ ਤਲ ਤੇ ਸਮਝਣਾ ਹੋਵੇ, ਤੇ ਜੇ ਸਾਡੇ ਘਰ ਦੇ ਵਿੱਚ ਬੱਚੇ ਨਹੀਂ
ਤੇ ਬੱਚੇ ਦੀ ਪ੍ਰਾਪਤੀ ਲਈ ਥਾਂ ਥਾਂ ਤੇ ਰੱਬ ਬਣਾ ਲੈਂਦੇ ਹਾਂ। ਕਿਸੇ ਬਾਬਾ ਜੀ ਕੋਲ ਚਲੇ ਜਾਂਦੇ ਹਾਂ, ਉਹ ਪੁੱਤਰ ਦੀ ਦਾਤ ਦਿੰਦੇ ਨੇ। ਸੋਚਣ ਵਾਲੀ ਗੱਲ ਹੈ ਕਿ ਰੱਬ ਦਾ ਸਿਸਟਮ ਬੰਦਿਆਂ ਦੇ ਹੱਥ ਆ ਗਿਆ। ਫਿਰ ਕੋਈ ਦੁੱਖ ਤਕਲੀਫ, ਕੋਈ ਕਿਸੇ ਕਿਸਮ ਦੀ ਸਰੀਰਕ ਦਿੱਕਤ ਹੋਈ, ਕਾਰੋਬਾਰ ਵਿੱਚ ਕੋਈ ਪਰੇਸ਼ਾਨੀ ਹੋਈ, ਕਿਸੇ ਕੋਲ ਪੁੱਛਣ ਚਲੇ ਗਏ, ਭਾਵ ਕਿਸੇ ਹੋਰ ਨੂੰ ਰੱਬ ਬਣਾ ਲਿਆ, ਤੇ ਇਹ ਮਸਲਾ ਹੱਲ ਹੋ ਜਾਏਗਾ। ਤੇ ਜਿਨੇ ਮਸਲਾ ਹੱਲ ਕੀਤਾ ਉਸਨੂੰ ਰੱਬ ਬਣਾ ਦਿੱਤਾ। ਤੇ ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, नमस्कार दंडौत बंदना, अनेक बार जाऊं बारे रहाओ, उठत बैठत सोवत जागत, ए मन तुझे चितारे, सुख दुख इस मन की बिरथा, तुझ ही आगे सारे, तू मेरी ओट बल बुध तन तुम ही, तुम्हें मेरे परवारे, जो तुम करो सोई पल हमरे, पेख नानक सुख चरनारे। ਰਹਾਉ ਬੰਦ ਵਿੱਚ ਇਹੀ ਗੱਲ ਦ੍ਰਿੜ ਕੀਤੀ ਹੈ ਕਿ ਰੱਬ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਹੈ, ਕਿਉਂਕਿ ਅਸੀਂ ਉਸ ਇੱਕ ਅਕਾਲ ਪੁਰਖ ਨੂੰ ਛੱਡ ਕੇ ਜਿਨ੍ਹਾਂ ਕੋਲ ਜਾਂਦੇ ਹਾਂ, ਉਹ ਆਪ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਰਹੇ ਹਨ। ਕਬੀਰ ਸਾਹਿਬ ਜੀ ਨੇ ਇਹਨਾਂ ਸਾਰਿਆਂ ਤੋਂ ਸਾਨੂੰ ਪਰੇ ਕੀਤਾ ਹੈ ਤੇ ਰੱਬ ਜੀ ਨੂੰ ਆਧਾਰ ਬਣਾਇਆ, ਤਾਂ ਜੋ ਜੀਵਨ ਵਿੱਚ ਬਦਲਾਅ ਆਏਗਾ ਉਹ ਅਗਲੇ 4 ਬੰਦਾਂ ਵਿੱਚ ਬਿਆਨਿਆ ਹੈ। ਤੇ ਇਸ ਪਹਿਲੇ ਬੰਦ ਵਿੱਚ ਕਬੀਰ ਜੀ ਕਹਿੰਦੇ ਹਨ, ਹਿਰਦੇ ਪ੍ਰਕਾਸ਼ ਗਿਆਨ ਗੁਰ ਗੰਮਤ, ਗगन ਮੰਡਲ ਮੈਂ ਧਿਆਨਾ ਨਾ, ਬਿਖੇ ਰੋਗ ਭੈ ਬੰਧਨ ਭਾਗੇ, ਮਨ ਨਿਜ ਘਰ ਸੁਖ ਜਾਨਾ ਨਾ। ਹਿਰਦੇ ਪ੍ਰਕਾਸ਼, ਹਿਰਦੇ ਵਿੱਚ ਚਾਨਣ, ਗਿਆਨ ਗੁਰ ਗੰਮਤ, ਸੰਗਿਆ ਹੈ ਨਾਉਨ ਹੈ ਗਮ, ਜਿਸਦਾ ਭਾਵ ਹੈ ਜਾਣਾ ਜਾਂ ਪਹੁੰਚਣਾ, ਪਰ ਇੱਥੇ ਕਿਰਿਆ ਹੈ, ਗਮ ਦਾ ਅਰਥ ਹੈ ਅਪਣਾਉਣਾ, ਦੇਣਾ ਜਾਂ ਬਖਸ਼ਣਾ। ਗगन ਆਕਾਸ਼ ਵਿੱਚ ਜਾਣਾ, ਭਾਵ ਉੱਤੇ ਜਾਣਾ। ਇੱਥੇ ਅਰਥ ਹੋਏਗਾ ਦੁਨਿਆਵੀ ਪਦਾਰਥਾਂ ਤੋਂ ਉੱਤੇ ਉੱਠਣਾ, ਪ੍ਰਭੂ ਚਰਨਾਂ ਵਿੱਚ ਜਾਣਾ। ਮੰਡਲ ਮੈਂ ਧਿਆਨਾ ਨਾ, ਧਿਆਨ ਲੱਗ ਜਾਣਾ। ਬਿਖੈ ਵਿਸ਼ੇ ਵਿਕਾਰ, ਰੋਗ ਭੈ ਬੰਧਨ ਭਾਗੇ, ਮਨ ਨਿਜ ਘਰ ਆਪਣੇ ਘਰ ਆਪਣੇ ਅੰਦਰ, ਜਾਨ ਆਨਾ ਜਾਣ ਲਿਆ। ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖਸ਼ੀ ਹੈ, ਇੰਜ ਲੱਗਦਾ ਹੈ ਮੇਰੇ ਹਿਰਦੇ ਵਿੱਚ ਚਾਨਣ ਹੋ ਗਿਆ ਹੈ ਤੇ ਮੇਰਾ ਧਿਆਨ ਹੁਣ ਪ੍ਰਭੂ ਚਰਨਾਂ ਵਿੱਚ ਟਿਕਣ ਲੱਗ ਗਿਆ ਹੈ। ਵਿਸ਼ੇ ਵਿਕਾਰ ਆਦਿ ਆਤਮਕ ਰੋਗ ਤੇ ਸਹਿਮ ਜਿਹੜੇ ਸੀ ਉਹ ਮੁੱਕ ਗਏ ਹਨ ਤੇ ਮੈਂ ਆਪਣੇ ਅੰਦਰ ਦੇ ਸੁਖ ਨੂੰ ਪਛਾਣ ਲਿਆ ਹੈ। ਗगन ਮੰਡਲ ਬੜੀ ਵਾਰੀ ਬਾਣੀ ਵਿੱਚ ਆਉਂਦਾ ਹੈ, ਜਿਸ ਦਾ ਭਾਵ ਹੈ ਸਾਡੀ ਉੱਚੀ ਸੁਰਤ। ਉੱਚੀ ਸੁਰ ਦਾ ਮਤਲਬ ਇਹ ਨਹੀਂ ਹੈ ਕਿ ਧਿਆਨ ਲਾ ਦਿਆ ਤੇ ਦਸਮ ਦੁਆਰ ਤੇ ਸ਼ਵਾਸ ਚਾੜਨੇ। ਉੱਚੀ ਸੁਰ ਦਾ ਮਤਲਬ ਨੀਵਾਂ ਪੱਧਰ ਕੀ ਸੀ, ਮਨ ਦਾ ਵਿਕਾਰਾਂ ਵਾਲਾ, ਤੇ ਵਿਕਾਰਾਂ ਤੋਂ ਉੱਪਰ ਉੱਠ ਜਾਣਾ, ਇਸ ਨੂੰ ਉੱਚੀ ਸੁਰਤ ਕਹਿੰਦੇ ਹਨ। ਜਦੋਂ ਵਿਕਾਰਾਂ ਦੀ ਗਹਿਰਾਈ ਵਿੱਚ ਸਾਡਾ ਮਨ ਨਾ ਡੁੱਬੇ, ਬਲਕਿ ਸਾਡੀ ਸੁਰਤ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਜਾਵੇ, ਤੇ ਇਹ ਹੈ ਗगन ਮੰਡਲ। ਇਸ ਦੀ ਪ੍ਰੌੜਤਾ ਲਈ ਇੱਕ ਸ਼ਬਦ ਹੋਰ ਦੇਖਦੇ ਹਾਂ। ਗगन ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਚੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਜਦੋਂ ਸੁਰਤ ਵਿੱਚ ਮਾਲਕ ਦੇ ਹੁਕਮ ਦਾ ਦਮਾਮਾ ਵੱਜਦਾ ਹੈ ਤਾਂ ਬਾਕੀ ਛੋਟੀਆਂ ਛੋਟੀਆਂ ਜਿਹੜੀਆਂ ਤੂਤੀਆਂ ਸੁਣਾਈ ਨਹੀਂ ਦਿੰਦੀਆਂ। ਗੁਰੂ ਸ਼ਬਦ ਰਾਹੀਂ ਸੁਰਤ ਉੱਚੀ ਹੋ ਜਾਂਦੀ ਹੈ ਤੇ ਗੁਰੂ ਦੇ ਸ਼ਬਦ ਵਾਲਾ ਗਿਆਨ ਜਦੋਂ ਉੱਥੇ ਵਸਦਾ ਹੈ, ਫਿਰ ਉੱਥੇ ਬਿਖੇ ਰੋਗ ਭੈ ਬੰਧਨ ਭਾਗੇ, ਮਨ ਨਿਜ ਘਰ ਸੁਖ ਜਾਨਾ ਨਾ। ਬਿਖੇ ਜ਼ਹਿਰ ਵਾਲੇ ਮਾਇਆ ਵਾਲੇ ਰੋਗ, ਤੇ ਨਾ ਕਿਸੇ ਕਿਸਮ ਦਾ ਡਰ ਹੈ ਤੇ ਨਾ ਹੀ ਵਿਕਾਰਾਂ ਦਾ ਬੰਧਨ, ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ। ਮਨ ਨੂੰ ਨਿਜ ਘਰ ਆਪਣੇ ਘਰ ਟਿਕਣਾ ਆ ਗਿਆ। ਨਿਜ ਘਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲੈ ਮਹਿਲ, ਤੇ ਮਨ ਮੇਰੇ ਸਤਗੁਰ ਕੈ ਭਾਣੇ ਚਲ। ਮਨ ਨੂੰ ਆਵਾਜ਼ ਮਾਰੀ ਹੈ
कि इधर उधर नहीं जाना है, परमात्मा दे पाने विच चलना है। कबीर साहब ने इन्हां सारियां तो परे कीता है ते रब जी नू आधार बनाया। ਤਾਂ ਬਦਲਾਵ ਜੋ ਜੀਵਨ ਵਿੱਚ ਆਏਗਾ ਉਹ ਅਗਲੇ ਪਦਿਆਂ ਵਿੱਚ ਬਿਆਨਿਆ ਹੈ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹਿ ਮਹਲ। ਜਾਂ ਆਸਾ ਦੀ ਵਾਰ ਵਿੱਚ ਵੀ ਕਿਹਾ ਹੈ, ਆਸ ਅੰਦੇਸੇ ਤੈਨੇ ਕੇਵਲ ਹਉਮੈ ਸ਼ਬਦ ਚਲਾਏ। ਸ਼ਬਦ ਰਾਹੀਂ ਸਾਰਾ ਕੁਝ ਘਟ ਗਿਆ, ਨਾ ਆਸ਼ਾਵਾਂ ਤੰਗ ਕਰਦੀਆਂ ਨੇ, ਨਾ ਅੰਦੇਸ਼ੇ, ਡਰ, ਭਾਉ, ਭਰਮ, ਇਹਨਾਂ ਤੋਂ ਨਹਿ ਕੇਵਲ ਹੋ ਗਿਆ। ਤੇ ਜਿਹੜਾ ਹਉਮੈ ਰੋਗ ਸੀ, ਇਹ ਵੀ ਸ਼ਬਦ ਨੇ ਮੁਕਾ ਕੇ ਸਾੜ ਦਿੱਤਾ। ਮਨ ਨੂੰ ਸੰਬੋਧਿਤ ਕਰਕੇ ਕਿਹਾ ਹੈ, ਜੇ ਸਤਿਗੁਰ ਦੇ ਭਾਣੇ ਵਿੱਚ ਰਹੇਗਾ ਤਾਂ ਹੀ ਬਾਹਰਲੀ ਭਟਕਣਾ ਤੋਂ ਬਚ ਅੰਦਰਲਾ ਜਿਹੜਾ ਆਤਮਕ ਸੁਖ ਹੈ ਉਹਦੀ ਪ੍ਰਾਪਤੀ ਹੋਵੇਗੀ। ਅਪੁਸ਼ਟ ਪਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜ ਨਹੀਂ। ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਜਿਹੜੀ ਅਪੁਸ਼ਟ ਬਾਤ, ਪੁੱਠੀ ਗੱਲ ਸਿੱਧੀ ਹੋ ਗਈ। ਪਹਿਲਾਂ ਜਿਹੜੇ ਮੇਰੇ ਵੈਰੀ ਸਨ ਉਹ ਮਿੱਤਰ ਬਣ ਗਏ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛ ਨਹੀਂ। ਮੇਰੇ ਮਨ ਵਿੱਚ ਜੋ ਅੰਧੇਰਾ ਸੀ, ਜਦ ਗੁਰੂ ਦਾ ਬਖਸ਼ਿਆ ਗਿਆਨ ਪ੍ਰਾਪਤ ਹੋਇਆ, ਸਾਰਾ ਠੀਕ ਹੋ ਗਿਆ। ਰਾਗ ਭੈਰੋ ਵਿੱਚ ਕਬੀਰ ਸਾਹਿਬ ਜੀ ਇਸੀ ਗੱਲ ਦੀ ਹੋਰ ਪੁਸ਼ਟੀ ਕਰਦੇ ਹਨ, ਜਿਸ ਵਿੱਚ ਕਹਿੰਦੇ ਹਨ, ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ ਰਹਾਓ। 5-25 मोह मद मत्सर, आडी परबल माया। जन गरीब को जोर न पहुंचे, कहाँ करो रघुराया। काम की वारी दुख सुख दरवानी, पाप पुण्य दरवाजा। क्रोध प्रधान महाबड दुंदर, तह मन मावासी राजा। कबीर साहब कहते हैं, गुना अनुसारी जिंदगी जिवें, ਗੁਨਾਹ ਅਨੁਸਾਰੀ ਜ਼ਿੰਦਗੀ ਕਿਵੇਂ ਜੀਣੀ ਹੈ। ਇੱਕ ਇਹ ਮਨ ਹੈ ਤੇ ਇੱਕ ਮਾਇਆ, ਜਿਨ੍ਹਾਂ ਕਰਕੇ ਟੁਰਿਆ ਨਹੀਂ ਜਾਂਦਾ। ਬੜਾ ਵੱਡਾ ਮਸਲਾ ਸਾਡਾ ਮਨ ਹੀ ਹੈ। ਕਬੀਰ ਸਾਹਿਬ ਜੀ ਨੇ ਇਸ ਵਿੱਚ ਮਨ ਦੀ ਤਾਕਤ ਨੂੰ ਬਿਆਨਿਆ ਹੈ। ਸਾਡੇ ਮਨ ਕੋਲ ਕਿੱਡੀ ਵੱਡੀ ਫੌਜ ਹੈ, ਜਿਸ ਕਰਕੇ ਸਾਡੀ ਵਿਵੇਕ ਬੁੱਧ ਕੰਮ ਨਹੀਂ ਕਰ ਪਾਉਂਦੀ। ਇਸ ਮਨ ਰੂਪੀ ਕਿਲੇ ਨੂੰ ਜਿੱਤਣਾ ਕਠਿਨ ਹੈ, ਕਿਉਂਕਿ ਇਸ ਮਨ ਨੇ ਆਪਣੇ ਉੱਤੇ ਇੱਕ ਸ਼ੀਲਡ ਜਿਹੀ ਚੜਾਈ ਹੋਈ ਹੈ। ਉਸਨੂੰ ਲੰਘ ਕੇ ਜਾਣਾ ਬੜਾ ਮੁਸ਼ਕਿਲ ਹੈ, ਪਰ ਉੱਥੋਂ ਨਿਕਲਣ ਦੀ ਰਾਹ ਵੀ ਦਿੰਦੇ ਹਨ। ਇਹਨਾਂ ਵਿੱਚ ਜਿਵੇਂ ਯੁੱਧ ਵਿੱਚ ਹਥਿਆਰ ਹੁੰਦੇ ਹਨ, ਤਿਵੇਂ ਮਨ ਕੋਲ ਕਿਹੜੇ ਹਥਿਆਰ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ। ਇਸ ਕਰਕੇ ਤੁਰਿਆ ਨਹੀਂ ਜਾਂਦਾ। ਸਵਾਦ ਸਨਾਹ ਟੋਪ ਮਮਤਾ ਕੋ, ਕੁਬੁੱਧ ਕਮਾਨ ਚੜਾਈ। तिसना तीर रहे कट भीतर, यो गढ़ लियो न जाई। प्रेम पलीता सुरत हवाई, गोला ज्ञान चलाया। ब्रह्म अगन सहजे पर जाली, एकै चोट सिझाया। सत संतोख लै लरने लागा, तोरे दोए दरवाजे। साध संगत अर गुर की कृपा ते, पकड़ियो गढ़ को राजा। भगवत पीर सकत सिमरन की, कटी काल भय फासी। दास कमीर चढ़ियो गढ़ ऊपर, राज लियो अविनाशी। ਵੱਡਾ ਸ਼ਬਦ ਹੈ। 6 ਬੰਦ ਹਨ। ਪਹਿਲੇ ਬੰਦ ਨਿਗੇਟਿਵ ਪੱਖ ਵਿੱਚ ਨੇ ਕਿ ਕੀ ਸੀ ਜਿਸ ਕਰਕੇ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਸੀ। द्वैत सी, त्रैगुणी माया सी, मोह, हंकार, ईर्खा सी, क्रोध सी, जिन्हां अगे मेरा जोर नहीं सी। पर गुरु ने मैनू प्यार वाला पलीता दिता ते मेरी सुरत नू हवाई बना दिता, ते गुरु दे ज्ञान दे गोले नाल इक्को ही वार कीता ते यह किला नेस्तनाबूद हो गया, ढह ढेरी हो गया। ए गढ़ मैं जित लिया ते राज लियो अविनाशी। ਜਿਹੜਾ ਅਬਿਨਾਸ਼ੀ ਰਾਜ, ਜਿਹੜਾ ਕਦੀ ਨਹੀਂ ਮੁੱਕਣ ਵਾਲਾ ਰਾਜ ਸੀ, ਇਸ ਦੀ ਮੈਨੂੰ ਪ੍ਰਾਪਤੀ ਹੋ ਗਈ। ਜਿਵੇਂ ਕਹਿੰਦੇ ਹਾਂ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਪੰਚਮ ਪਾਤਸ਼ਾਹ ਵੀ ਇੱਥੇ ਇਹੀ ਗੱਲ
ਕਹਿ ਰਹੇ ਹਨ ਕਿ ਸ਼ਰਧਾ ਰੱਖਣ ਵਾਲੇ ਦੇ ਕਾਰਜ ਸਤਿਗੁਰ ਆਪ ਹੀ ਸਵਾਰ ਦਿੰਦਾ ਹੈ। ਜਾਂ ਸੱਚ ਮਿਲੇ ਸੇ ਨਾ ਵਿਛੜੈ, ਤਿੰਨ ਨਿਜ ਘਰ ਵਾਸਾ ਹੋਏ। ਜਿਹੜੇ ਸੱਚੇ ਨੂੰ ਮਿਲ ਜਾਂਦੇ ਹਨ ਉਹ ਫਿਰ ਵਿਛੜਦੇ ਨਹੀਂ ਹਨ, ਉਹਨਾਂ ਨੂੰ ਨਿਜ ਘਰ ਵਿੱਚ ਟਿਕਣਾ ਆ ਜਾਂਦਾ ਹੈ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ, ਉਹਨਾਂ ਦਾ ਵਾਸਾ ਨਿਜ ਘਰ ਵਿੱਚ ਹੋ ਜਾਂਦਾ ਹੈ। ਹੁਣ ਦੂਜੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੈ ਨਾ ਆਨਾ ਨਾ, ਚੰਦਨ ਬਾਸ ਭੈ ਮਨ ਬਾਸਨ, ਤਿਆਗ ਘਟਿਓ ਅਭਿਮਾਨਾ ਨਾ। ਏਕ ਸੁਮਤ, ਇੱਕ ਪ੍ਰਭੂ ਵਿੱਚ ਹੀ ਮਤ ਵਿੱਚ ਅਗੇਤਰ ਸੁ ਆ ਲੱਗਿਆ ਹੈ। ਸੁਮਤ ਚੰਗੀ ਮਤ, ਰਤ ਲਗਨ, ਜਾਣ ਕੇ ਜਾਂ ਸਮਝ ਕੇ, ਮਾਨ ਨੰਨਾ ਸਿਆਰੀ ਨਾਲ ਆਇਆ ਹੈ ਤੇ ਮੰਨ ਕੇ, ਪ੍ਰਭ ਦੂਸਰ ਕੋਈ ਦੂਜਾ, ਮਨੈ ਨਾ ਆਨਾ ਨਾ ਲਿਆਂਦਾ ਜਾਣਿਆ, ਚੰਦਨ ਬਾਸ ਸੁਗੰਧੀ ਲਈ ਆਇਆ ਹੈ, ਭੈ ਮਨ ਬਾਸਨ ਮਨ ਦੀਆਂ ਵਾਸ਼ਨਾਵਾਂ, ਤਿਆਗ ਕੇ ਕਟਿਓ ਕਟ ਗਿਆ, ਪਾਸਟ ਟੈਂਸ ਹੈ, ਅਭਿਮਾਨਾ ਨਾ ਹੰਕਾਰ। ਮੇਰੀ ਬੁੱਧ ਦਾ ਪਿਆਰ ਇੱਕ ਰੱਬ ਵਿੱਚ ਹੀ ਬਣ ਗਿਆ ਹੈ, ਇਸ ਲਈ ਹੋਰ ਕਿਸੇ ਦਾ ਆਸਰਾ ਕਿਸੇ ਦੀ ਓਟ ਨਹੀਂ ਰੱਖਦਾ। ਮਨ ਦੀਆਂ ਵਾਸ਼ਨਾਵਾਂ ਵੀ ਮੁੱਕ ਗਈਆਂ ਹਨ ਤੇ ਨਾਲ ਹੀ ਹੰਕਾਰ ਵੀ ਕੱਟ ਗਿਆ ਹੈ ਜਾਂ ਮਿਟ ਗਿਆ ਹੈ। ਸੁਰਤ ਹੀ ਇੱਕ ਨਾਲ ਜੁੜ ਗਈ, ਰੰਗੀ ਗਈ, ਫਿਰ ਦੂਜੇ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ। ਜਿਵੇਂ ਬੱਚਿਆਂ ਦਾ ਐਗਜ਼ਾਮਪਲ ਲੈਂਦੇ ਹਾਂ, ਜਦੋਂ ਬੱਚੇ ਪੜ੍ਹਦੇ ਪਏ ਹੁੰਦੇ ਨੇ ਤੇ ਜਿਸ ਬੱਚੇ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਪੜ੍ਹਾਈ ਕਰਕੇ ਮੇਰੀ ਜ਼ਿੰਦਗੀ ਸੌਰ ਜਾਣੀ ਹੈ, ਸੈਟ ਹੋ ਜਾਣੀ ਹੈ ਤੇ ਮੈਨੂੰ ਅੱਛੀ ਜੌਬ ਮਿਲ ਜਾਣੀ ਹੈ ਤੇ ਮੇਰਾ ਕੈਰੀਅਰ ਸੈਟ ਹੋ ਜਾਣਾ ਹੈ ਤੇ ਇਸ ਤੋਂ ਮੈਂ ਸਾਰੀ ਉਮਰ ਬੈਠ ਕੇ ਖਾਣਾ ਹੈ, ਤੇ ਫਿਰ ਨਾ ਤੇ ਉਸਨੂੰ ਪੀਅਰ ਪ੍ਰੈਸ਼ਰ ਤੰਗ ਕਰਦਾ ਹੈ, ਉਸਦੇ ਦੋਸਤ ਆ ਕੇ ਕਹਿਣ ਸਾਰਾ ਦਿਨ ਪੜ੍ਹੀ ਜਾਏਗਾ, ਚਲਾ ਜਰਾ ਦੇਰ ਘੁੰਮ ਫਿਰ ਆਈਏ, ਕਦੀ ਕਦੀ ਤੇ ਜਾਣਾ ਹੀ ਚਾਹੀਦਾ ਹੈ, ਉਹ ਨਹੀਂ ਜਾਂਦਾ ਕਿਉਂਕਿ ਉਸ ਵਿੱਚ ਉਸਦਾ ਮਨ ਮੰਨ ਗਿਆ ਹੈ। ਪਹਿਲਾਂ ਮਾਂ ਪਿਓ ਨੂੰ ਕਹਿਣਾ ਪੈਂਦਾ ਸੀ ਪੜ੍ਹੋ, ਤੇ ਤੈਨੂੰ ਪੜ੍ਹਨਾ ਪੈਣਾ ਹੈ, ਤੇ ਜਿੱਥੇ ਪੈਣਾ ਹੈ ਉੱਥੇ ਬੱਧਾ ਚੱਟੀ ਹੈ, ਉੱਥੋਂ ਮਨ ਭਜਦਾ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਜਦੋਂ ਬੱਧਾ ਚੱਟੀ ਨਹੀਂ ਰਹਿੰਦੀ, ਉਸਨੂੰ ਆਪਣਾ ਲਾਭ ਦਿਖਣ ਲੱਗ ਪੈਂਦਾ ਹੈ, ਸਮਝ ਆ ਜਾਂਦੀ ਹੈ ਤੇ ਫਿਰ ਉਹ ਦੌੜਦਾ ਹੈ ਉਸ ਪਾਸੇ ਵੱਲ। ਅਸੀਂ ਸਾਰੇ ਪਰਿਵਾਰ ਵਾਲੇ ਹਾਂ, ਦੇਖਦੇ ਹੀ ਹਾਂ ਕਿ ਜਦੋਂ ਬੱਚੀ ਵਿਆਹੀ ਜਾਂਦੀ ਹੈ ਤੇ ਉਸਦੇ ਸੁਭਾਅ ਵਿੱਚ ਕਿੰਨਾ ਅਲੜਪਣਾ ਹੁੰਦਾ ਹੈ, ਲਾਪਰਵਾਹੀ ਵਾਲਾ ਸੁਭਾਅ ਹੁੰਦਾ ਹੈ। ਪਰ ਜਦੋਂ ਵਿਆਹ ਕੇ ਜਾਂਦੀ ਹੈ, ਪਹਿਲੇ ਘਰ ਦੀਆਂ ਜ਼ਿੰਮੇਵਾਰੀਆਂ, ਫਿਰ ਜਦੋਂ ਖਾਸ ਕਰਕੇ ਉਹ ਮਾਂ ਬਣ ਜਾਂਦੀ ਹੈ ਤੇ ਉਸਨੂੰ ਸਿਖਾਉਣਾ ਨਹੀਂ ਪੈਂਦਾ ਹੈ ਕਿ ਬੱਚੇ ਨੂੰ ਕਿਵੇਂ ਪਾਲਣਾ ਹੈ। ਇਤਨੀ ਚੰਗੀ ਤਰ੍ਹਾਂ ਸੰਭਾਲਦੀ ਹੈ, ਜੇ ਰਾਤ ਜਾਗਣਾ ਪਵੇ ਜਾਗਦੀ ਹੈ। ਉਹ ਅਹਿਸਾਸ ਕਿੱਥੋਂ ਆਇਆ? ਉਹ ਬੱਚੇ ਦੇ ਪਿਆਰ ਦੇ ਵਿੱਚ ਰੰਗੀ ਗਈ। ਹੁਣ ਉਸਨੂੰ ਲੱਗਦਾ ਹੈ ਇਹ ਮੇਰਾ ਹਿੱਸਾ ਹੈ, ਮੇਰਾ ਹੈ, ਇਸ ਨੂੰ ਮੈਂ ਸੰਭਾਲਣਾ ਹੈ। ਇਹ ਵਾਲਾ ਅਹਿਸਾਸ ਕਿਸੇ ਵੀ ਰਿਸ਼ਤੇ ਵਿੱਚ ਆ ਜਾਵੇ, ਚਾਹੇ ਭੈਣ ਭਰਾ ਦਾ ਹੋਵੇ, ਭਾਵੇਂ ਮਾਤਾ ਪਿਤਾ ਦੇ ਰਿਸ਼ਤੇ ਵਿੱਚ ਆ ਜਾਵੇ, ਚਾਹੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਆ ਜਾਵੇ, ਉਹਦੇ ਲਈ ਕੀਤਾ ਕੰਮ ਬੋਝ ਨਹੀਂ ਲੱਗਦਾ। ਜੇ ਕੋਈ ਸਤ ਬੇਗਾਨਾ ਆ ਕੇ ਕਵੇ ਰਾਤ ਮੇਰੇ ਲਈ ਜਾਗ ਲੈ ਤੇ ਉਸਦੇ ਲਈ ਜਾਗਣਾ ਪਵੇ ਤੇ ਕਦੀ ਨਾ ਜਾਗੀਏ, ਪਰ ਆਪਣੇ ਲਈ ਕਦੀ ਜਤਾਂਦੇ ਵੀ ਨਹੀਂ। ਕਦੇ ਬੱਚਿਆਂ ਨੂੰ ਕਿਹਾ ਹੈ ਮੈਨੂੰ ਤੇਰੇ ਕਰਕੇ ਇੰਨੀਆਂ ਰਾਤਾਂ ਜਾਗਣੀਆਂ ਪਈਆਂ, ਕਿਉਂਕਿ ਉੱਥੇ ਇੱਕ ਚੰਗੀ ਮਤ ਸੁਮਤ ਹੈ। ਸਾਨੂੰ ਲੱਗਦਾ ਹੈ ਕਿ ਸੁਮਤ ਗਿਆਨ ਹੀ ਹੈ, ਪਰ ਸੁਮਤ ਇੱਕ ਅਹਿਸਾਸ ਹੈ। ਜਿਹੜੀ ਮਤ ਸਾਡੇ ਜੀਵਨ ਨੂੰ ਸੋਹਣਾ ਬਣਾਵੇ ਉਹ ਸੁਮਤ ਹੈ। ਜਦੋਂ ਕਿਸੇ ਵੀ ਸੋਹਣੀ ਮਤ ਵਿੱਚ ਮਨ ਰੰਗ ਜਾਂਦਾ ਹੈ, ਉਹਦੇ ਪਿਆਰ ਵਿੱਚ ਮਨ ਭਰ ਜਾਂਦਾ ਹੈ, ਤੇ ਫਿਰ ਹੋਰ ਦੂਜਾ ਨੇੜੇ ਤੇੜੇ ਵੀ ਨਹੀਂ ਟੁਕਦਾ, ਫਿਰ ਦੂਜਾ ਪਾਉ ਆਉਂਦਾ ਹੀ ਨਹੀਂ। ਇਹੀ ਹੈ ਚੰਦਨ ਬਾਸ ਭੈ ਮਨ ਬਾਸਨ, ਤਿਆਗ ਘਟਿਓ ਅਭਿਮਾਨਾ ਨਾ। ਇਹ ਸਾਰੀਆਂ ਦੁਨਿਆਵੀ ਐਗਜ਼ਾਮਪਲ ਨੇ। ਜੇ ਇਹਨਾਂ ਨੂੰ ਰੱਬ ਜੀ ਦੇ ਥਾਂ ਤੇ ਰੱਖਾਂਗੇ
ਤੇ ਰੱਬ ਜੀ ਦੇ ਪਿਆਰ ਵਾਲੀ ਚੰਦਨ ਵਰਗੀ ਖੁਸ਼ਬੂ ਜਦੋਂ ਵਸਦੀ ਹੈ ਤੇ ਵਾਸ਼ਨਾਵਾਂ ਵਾਲੀ ਬਦਬੂ ਉੱਥੇ ਨਹੀਂ ਰਹਿ ਸਕਦੀ। ਜੇ ਘਰ ਵਿੱਚ ਬਦਬੂ ਆਉਂਦੀ ਹੋਵੇ ਤੇ ਅਸੀਂ ਰੂਮ ਫਰੈਸ਼ਨਰ ਲਗਾ ਦਿੰਦੇ ਹਾਂ, ਰੂਮ ਫਰੈਸ਼ਨਰ ਜਾਂ ਹੋਰ ਕੋਈ ਸੁਗੰਧੀ ਵਾਲੀ ਚੀਜ਼ ਲਾ ਦੇਈਦੀ ਹੈ ਤੇ ਦੁਰਗੰਧ ਖਤਮ ਹੋ ਜਾਂਦੀ ਹੈ। ਜਿਵੇਂ ਸਾਡੇ ਗੁਆਂਢੀ ਧਰਮ ਵਿੱਚ ਗੁੱਗਲ ਤੋਂ ਖਾਂਦੇ ਨੇ, ਜਿਸ ਨਾਲ ਦੁਰਗੰਧ ਵੀ ਦੂਰ ਹੋ ਜਾਂਦੀ ਹੈ ਤੇ ਛੋਟੇ ਮੋਟੇ ਇਨਸੈਕਟਸ ਵੀ ਖਤਮ ਹੋ ਜਾਂਦੇ ਨੇ, ਮੱਛਰ ਵਗੈਰਾ ਵੀ। ਇਸ ਤਰ੍ਹਾਂ ਰੱਬ ਜੀ ਦੇ ਪਿਆਰ ਵਾਲੀ ਖੁਸ਼ਬੂ, ਗੁਰੂ ਵਾਲੀ ਖੁਸ਼ਬੂ, ਉਹ ਚੰਦਨ ਵਾਲੀ ਖੁਸ਼ਬੂ ਜਦੋਂ ਅੰਦਰ ਪੈਦਾ ਹੋ ਜਾਂਦੀ ਹੈ ਤੇ ਹੰਕਾਰ ਵਾਲੀ ਬੋ ਆਪੇ ਹੀ ਕੱਟ ਜਾਂਦੀ ਹੈ, ਕਿਉਂਕਿ ਇੱਕ ਨਹੀਂ ਰਹਿਣਾ ਹੈ, ਹਨੇਰਾ ਰਵੇਗਾ ਜਾਂ ਰੋਸ਼ਨੀ, ਬਦਬੂ ਰਵੇਗੀ ਜਾਂ ਖੁਸ਼ਬੂ, ਈਰਖਾ ਹੋਵੇਗੀ ਜਾਂ ਪ੍ਰੇਮ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਨਾ ਮਨ ਬਿਰਥਾ ਜਾਏ। ਫਿਰ ਤੀਜੇ ਬੰਦ ਵਿੱਚ ਕਹਿੰਦੇ ਨੇ, ਜਿਹੜਾ ਏਦਾਂ ਕਰ ਲਵੇ, ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਤੈ ਬੜ ਭਾਗ ਬਸਿਓ ਮਨ ਜਾਕੈ, ਕਰਮ ਪ੍ਰਧਾਨ ਮਥਾਨਾ ਨਾ। ਜੋ ਮਨੁੱਖ ਠਾਕੁਰ ਦਾ ਜਸ ਗਾਉਂਦਾ ਹੈ, ਤਾਸ ਉਸਦੇ ਹਿਰਦੇ ਵਿੱਚ ਪ੍ਰਭੂ ਹੈ ਥਾਨਾ ਨਾ, ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਜਿਸ ਦੇ ਮਨ ਵਿੱਚ ਪ੍ਰਭੂ ਵਸ ਪਿਆ, ਉਸਦੇ ਵੱਡੇ ਭਾਗ ਸਮਝੋ। ਜਿਵੇਂ ਜੇ ਕਿਸੇ ਨੂੰ ਕੋਈ ਦੁਨਿਆਵੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਲਈ ਅਸੀਂ ਬੋਲਚਾਲ ਵਿੱਚ ਕਹਿ ਦਿੰਦੇ ਹਾਂ, ਉਸਦੀ ਤੇ ਕਿਸਮਤ ਹੀ ਖੁੱਲ ਗਈ। ਫਿਰ ਜਿਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ, ਉਹ ਤੇ ਵੱਡੇ ਭਾਗਾਂ ਵਾਲਾ ਹੀ ਹੋਵੇਗਾ। ਕਰਮ ਪ੍ਰਧਾਨ ਮਥਾਨਾ ਨਾ। ਕਰਮ ਪ੍ਰਧਾਨ ਮਥਾਨਾ ਨਾ ਤੋਂ ਭਾਵ ਹੈ ਮੱਥੇ ਤੇ ਲਿਖੇ ਉੱਚੇ ਲੇਖ ਉਗੜ ਗਿਆ, ਜਿਹੜਾ ਹੈ ਹੀ ਉਸ ਦੇ ਨਾਲ ਰਲਿਆ ਮਿਲਿਆ ਹੋਇਆ। ਫਿਰ ਰੱਬ ਉੱਥੇ ਹੀ ਰਹਿੰਦਾ ਹੈ, ਜਿਹਨੂੰ ਆਸਾ ਦੀ ਵਾਰ ਦੀ 9ਵੀਂ ਪੌੜੀ ਵਿੱਚ ਕਿਹਾ ਹੈ, ਭਗਤ ਤੇਰੇ ਮਨ ਪਾਉਂਦੇ, ਦਰ ਸੋਹਣ ਕੀਰਤ ਗਾਉਂਦੇ। ਨਾਨਕ ਕਰਮਾ ਬਾਹਰੇ, ਦਰ ਟੋ ਨ ਲੈਣੀ ਤਾਉਂਦੇ। ਇੱਕ ਮੂਲ ਨਾ ਬੁਝਨ ਆਪਣਾ, ਅਨਹੋਂਦਾ ਆਪ ਗਣਾਇਂਦੇ। ਹਾਂ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਇਂਦੇ। ਤਿੰਨ ਮੰਗਾ ਜੇ ਤੁਝੇ ਧਿਆਇਂਦੇ। ਤੈਨੂੰ ਉਹੀ ਚੰਗੇ ਲੱਗਦੇ ਹਨ ਜਿਹੜੇ ਭਜਨ ਬੰਦਗੀ ਕਰਦੇ ਹਨ, ਤੇ ਮੈਂ ਉਹਨਾਂ ਪਾਸੋਂ ਹੀ ਨਾਮ ਦੀ ਦਾਤ ਮੰਗਦਾ ਹਾਂ, ਕਿਉਂਕਿ ਉਹਨਾਂ ਪਿਆਰਾ ਰੱਬ ਉਨਾਹਾ ਜੋ ਗਈ। ਜਿਸ ਮਿਲਿਆ ਗੁਰ ਆਏ, ਤਿਨ ਪ੍ਰਭ ਜਾਣਿਆ। ਹਉ ਬਲਿਹਾਰੀ ਤਿਨ, ਜੇ ਖਸਮੈ ਪਾਣਿਆ। ਭਗਤ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ, ਠਾਕੁਰ ਤੇ ਸੇਵਕ ਇੱਕੋ ਹੀ ਰੂਪ ਨੇ। ਤੇ ਫਿਰ ਉਹਨਾਂ ਪਿਆਰਾ ਰੱਬ ਉਹਨਾਂ ਜੋਗਾ ਹੀ ਹੈ, ਉਹ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ। ਤੇਰਿਆਂ ਭਗਤਾਂ ਭੁਖ ਸਦ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ। ਕਬੀਰ ਸਾਹਿਬ ਜੀ ਵੀ ਇਹੀ ਕਹਿ ਰਹੇ ਹਨ ਕਿ ਤਹਿ ਬੜ ਭਾਗ ਬਸਿਓ ਮਨ ਜਾਕੈ, ਕਰਮ ਪ੍ਰਧਾਨ ਮਥਾਨਾ ਨਾ। ਇਹ ਵੱਡੇ ਭਾਗ ਨੇ, ਗੁਰੂ ਕੋਲ ਜਾ ਕੇ ਅਸੀਂ ਵੱਡੇ ਭਾਗ ਬਣਾਣੇ ਨੇ। ਸਾਨੂੰ ਲੱਗਦਾ ਹੈ ਵੱਡੇ ਭਾਗ ਹੋਣਗੇ ਤਾਂ ਗੁਰੂ ਕੋਲ ਜਾਵਾਂਗੇ, ਇਸ ਤਰ੍ਹਾਂ ਨਹੀਂ। ਗੁਰੂ ਕੋਲ ਜਾਵਾਂਗੇ ਤਾਂ ਵੱਡੇ ਭਾਗ ਹੋਣਗੇ, ਉੱਥੇ ਜਾ ਕੇ ਵੱਡੇ ਭਾਗ ਬਣਾਣੇ ਨੇ। ਜਿਨ੍ਹਾਂ ਨੂੰ ਗੁਰੂ ਕੋਲ ਜਾ ਕੇ ਧਿਆਨ ਦੀ ਜਾਚ ਆ ਗਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਜੀ ਵਸ ਗਏ, ਤੇ ਉਹਨਾਂ ਦੇ ਵੱਡੇ ਭਾਗ ਬਣ ਗਏ। ਗੁਰੂ ਵੱਡੇ ਭਾਗ ਬਣਾਉਂਦਾ ਹੈ, ਪਰ ਜੇ ਜਾਵਾਂਗੇ ਤਾਂ ਬਣਨਗੇ। ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਜਿਹਨੂੰ ਪਾਉਂਦੀ ਹੈ, ਜਿਸ ਬੰਦੇ ਨੂੰ ਪਾਉਂਦੀ ਹੈ, ਉਸਨੂੰ ਦੇ ਦਿੰਦਾ ਹੈ। ਉਹ ਤੇ ਬੈਠਾ ਹੀ ਦੇਣ ਨੂੰ ਹੈ। ਤੂੰ ਜਾ ਤਾਂ ਸਹੀ, ਚਰਨ ਸ਼ਰਨ ਗੁਰ ਏਕ, ਪੈਂਡਾ ਜਾਏ ਚਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਕਦਮ ਚੱਲ ਤਾਂ ਸਹੀ, ਇੱਕ ਪੈਂਡਾ ਚੱਲ ਕੇ ਤੇ ਵੇਖ, ਉਸਨੇ ਕਰੋੜਾਂ ਪੈਂਡੇ ਅੱਗੇ ਵੱਧ ਕੇ ਸੰਭਾਲ ਲੈਣਾ ਹੈ। ਅਸੀਂ ਚਾਹੁੰਦੇ ਹਾਂ ਇੱਕ ਪੈਂਡਾ ਤੁਰਨਾ ਨਹੀਂ ਹੈ ਤੇ ਰੱਬ ਮਿਹਰ ਕਰੇਗਾ ਤੇ ਹੋ ਜਾਵੇਗਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ।
तह बड़ भाग बस्यो मन जाके ਕਰਮ ਪ੍ਰਧਾਨ ਮਥਾਨਾ ਨਾ। ਹੁਣ ਚੌਥੇ ਬੰਦ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਾਟ ਸਕਤ ਸਿਵ ਸਹਜ ਪ੍ਰਗਾਸਿਓ ਏਕੈ ਏਕ ਸਮਾਨਾ ਨਾ। ਕਹਿ ਕਬੀਰ ਗੁਰ ਭੇਟ ਮਹਾਸੁਖ ਭ੍ਰਮਤ ਰਹੇ ਮਨ ਮਾਨਾ ਨਾ। ਕਾਟ ਕੱਟ ਕੇ ਜਾਂ ਦੂਰ ਕਰਕੇ, ਸਕਤ ਸ਼ਕਤੀ ਮਾਇਆ ਦਾ ਪ੍ਰਭਾਵ, शिव सहज शिव दी सहज अवस्था, इस तो भाव है परमात्मा का ज्ञान। प्रगास्यो एक है एक, इको एक परमात्मा ਲਈ आया है। समानाना समा गया। जदों माया का प्रभाव दूर होया ते फिर उसका फायदा की होया, मन उस एक परमात्मा विच लीन हो गया ਜਾਂ ਲੀਨ ਰਹਿਣ ਲੱਗ ਗਿਆ। ਕਹਿ ਕਬੀਰ, ਕਬੀਰ ਜੀ ਕਹਿੰਦੇ ਹਨ, ਗੁਰ ਭੇਟ, ਟੈਂਕੇ ਨੂੰ ਸਿਹਾਰੀ ਹੈ ਮਿਲ ਕੇ, ਗੁਰੂ ਨੂੰ ਮਿਲ ਕੇ, ਮਹਾਸੁਖ ਉੱਚਾ ਸੁਖ ਭ੍ਰਮਤ ਰਹੇ, ਜਿਹੜਾ ਭ੍ਰਮਣ ਕਰ ਰਿਹਾ ਸੀ, ਭਟਕਦਾ ਪਿਆ ਸੀ। ਮਨ ਮਾਨਾ ਨਾ, ਮਨ ਮੰਨ ਜਾਂਦਾ ਹੈ। ਇਸ ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਕਿ ਪ੍ਰਭੂ ਨੂੰ ਮਿਲ ਕੇ ਜਿਸ ਸੁਖ ਦੀ ਪ੍ਰਾਪਤੀ ਹੋਈ ਹੈ, ਉਸ ਦਾ ਫਾਇਦਾ ਕੀ ਹੋਇਆ ਹੈ। ਅਸੀਂ ਕੋਈ ਵੀ ਕੰਮ ਕਰਦੇ ਹਾਂ ਤੇ ਪਹਿਲਾਂ ਉਸਦੇ ਫਾਇਦੇ ਬਾਰੇ ਸੋਚਦੇ ਹਾਂ, ਇਹ ਕਰਾਂਗਾ ਤੇ ਇਸ ਦਾ ਫਾਇਦਾ ਕੀ ਹੋਣਾ ਹੈ। ਸੋ ਕਬੀਰ ਸਾਹਿਬ ਜੀ ਕਹਿੰਦੇ ਹਨ, ਇਸ ਨਾਲ ਮਨ ਦੀ ਭਟਕਣਾ ਮੁੱਕ ਜਾਂਦੀ ਹੈ ਤੇ ਮਨ ਪਰਮਾਤਮਾ ਵਿੱਚ ਗਿੱਝ ਜਾਂਦਾ ਹੈ। ਗੱਲ ਤੇ ਸਾਰੀ ਮਨ ਨੂੰ ਤਿਆਰ ਕਰਨ ਦੀ ਸੀ, ਭਟਕਦੇ ਮਨ ਨੂੰ ਰੋਕ ਲਾਣੀ ਸੀ। ਹੁਣ ਭਟਕਣਾ ਮੁੱਕ ਗਈ ਹੈ। ਅਖੀਰਲੇ ਪਦੇ ਵਿੱਚ ਕਬੀਰ ਸਾਹਿਬ ਸ਼ਕਤੀ ਦੀ ਗੱਲ ਕਰਦੇ ਨੇ। ਸ਼ਕਤ ਸਿਹਾਰੀ ਨਾਲ ਆਇਆ ਹੈ ਤੇ ਇਸਤਰੀਵਾਚਕ ਰੂਪ ਵਿੱਚ ਹੈ, ਮਾਇਆ ਲਈ ਆਇਆ ਹੈ। ਸ਼ਿਵ ਬ੍ਰਹਮ ਲਈ ਆਉਂਦਾ ਹੈ, ਗਿਆਨ ਲਈ ਵੀ ਆਉਂਦਾ ਹੈ। ਪਰਮਾਤਮਾ ਦਾ ਗਿਆਨ, ਜਿੱਥੇ ਪਰਮਾਤਮਾ ਦਾ ਗਿਆਨ ਵਸਦਾ ਹੈ, ਉੱਥੇ ਮਾਇਆ ਦਾ ਪ੍ਰਭਾਵ ਨਹੀਂ ਹੈ। ਜਿੱਥੇ ਮਾਲਕ ਦਾ ਗਿਆਨ ਆ ਗਿਆ, ਫਿਰ ਉੱਥੇ ਸਹਿਜ ਦਾ ਸੂਰਜ ਨਿਕਲ ਆਉਂਦਾ ਹੈ ਤੇ ਇੱਕ ਵਿੱਚ ਸਮਾਉਣ ਦੀ ਅਵਸਥਾ ਹੋ ਜਾਂਦੀ ਹੈ। ਜਿੱਥੇ ਗੁਰੂ ਮਿਲ ਗਿਆ, ਫਿਰ ਉੱਥੇ ਭਟਕਣਾ ਨਹੀਂ ਹੈ। ਮਾਈ ਮੈਂ ਧਨ ਪਾਇਓ ਹਰ ਨਾਮਾ, ਮਨ ਮੇਰੋ ਤਾਵਨ ਤੇ ਛੁਟਿਓ, ਕਰ ਬੈਠੇ ਵਿਸਰਾਮਾ, ਕਰ ਬੈਠੋ ਵਿਸਰਾਮਾ। ਪ੍ਰਮਤ ਅਵਸਥਾ ਸੀ, ਇਹ ਮਹਾਸੁਖ ਵਿੱਚ ਬਦਲ ਗਈ। ਹਰ ਵਕਤ ਦੀ ਭਟਕਣਾ ਸੀ, ਉਹ ਮੁੱਕ ਗਈ। ਇੰਦਰੀ ਦਸੇ ਫੁੰਧਾਵਤ, ਤ੍ਰੈ ਗੁਣੀਆਂ ਖਿਨ ਨਾ ਟਿਕਾਵੈਂਗੋ। ਅਗਲੀ ਲਾਈਨ ਨੂੰ ਜਵਾਬ ਦਿੰਦੇ ਨੇ, ਸਤਿਗੁਰ ਪਰਚੈ ਵਸਗਤ ਆਵੈ, ਮੋਖ ਮੁਕਤ ਸੋ ਪਾਵੈਂਗੋ। ਦਸੋ ਇੰਦਰੀਆਂ, ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ ਤ੍ਰੈ ਗੁਣਾ ਦੇ ਅਧੀਨ ਭਟਕਦੀਆਂ ਪਈਆਂ ਸੀ, ਇੱਕ ਪਲ ਵੀ ਨਹੀਂ ਟਿਕਦੀਆਂ ਸੀ। ਸਤਿਗੁਰ ਪਰਚੈ ਵਸਗਤ ਆਵੇ, ਪਰ ਗੁਰੂ ਨਾਲ ਜਦ ਮਨ ਪਤੀਜ ਗਿਆ ਨਾ, ਫਿਰ ਇਹ ਕਾਬੂ ਵਿੱਚ ਆ ਗਈਆਂ। ਮੁਕਤ ਸੋ ਪਾਵੈਂਗੋ, ਫਿਰ ਮੁਕਤੀ ਦਾ ਦਰ ਹਾਸਲ ਹੁੰਦਾ ਹੈ। ਕਹਿ ਕਬੀਰ ਗੁਰ ਭੇਟ ਮਹਾਸੁਖ ਭ੍ਰਮਤ ਰਹੇ ਮਨ ਮਾਨਾ ਨਾ। ਇਹ ਭਗਤ ਕਬੀਰ ਜੀ ਦੇ ਗੌੜੀ ਰਾਗ ਦੇ ਸ਼ਬਦਾਂ ਦੀ ਲੜੀ ਦਾ ਅਖੀਰਲਾ ਸ਼ਬਦ ਹੈ। ਗੌੜੀ ਰਾਗ ਦੀਆਂ ਵੱਖੋ-ਵੱਖ ਵੰਨਗੀਆਂ ਵਿੱਚ ਕਬੀਰ ਜੀ ਦੇ 74 ਸ਼ਬਦ ਹਨ। ਕਬੀਰ ਜੀ ਦੀ ਬਾਣੀ ਗੌੜੀ ਰਾਗ ਵਿੱਚ 223 ਅੰਕ ਤੋਂ ਪ੍ਰਾਰੰਭ ਹੁੰਦੀ ਹੈ ਤੇ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਗੌੜੀ ਗਵਾਰੀਅਰੀ ਸ਼੍ਰੀ ਕਬੀਰ ਜੀਓ ਕੇ ਚੌਪਦੇ 14 ਤੇ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹ 74ਵਾਂ ਸ਼ਬਦ ਹੈ। ਇਸ ਤੋਂ ਬਾਅਦ 52 ਅੱਖਰੀ ਸ਼ੁਰੂ ਹੁੰਦੀ ਹੈ। ਰਾਗ ਗੌੜੀ 52 ਅੱਖਰੀ ਕਬੀਰ ਜੀਓ ਕੀ। ਤੇ ਅਸੀਂ ਦੇਖਦੇ ਹਾਂ ਕਿ ਧਰਮ ਦੀ ਦੁਨੀਆ ਵਿੱਚ ਸਬਰ ਵੀ ਇੱਕ ਗਹਿਣਾ ਹੈ। ਸਬਰ ਸਾਡੀ ਸੁੰਦਰਤਾ ਹੈ। ਜੇ ਧਰਮੀ ਦੀ ਦੁਨੀਆ ਅੰਦਰ ਸਹਿਜ ਨਹੀਂ ਹੈ, ਟਿਕਾਓ ਨਹੀਂ ਹੈ, ਤੇ ਉਹ ਕਦੀ ਧਰਮੀ ਨਹੀਂ ਹੋ ਸਕਦਾ। ਚੰਚਲ ਮਨ ਕਦੀ ਸਿਦਕ ਨਾਲ ਟਿਕ ਕੇ ਨਹੀਂ ਬੈਠ ਸਕਦਾ, ਫਿਰ ਉਹ ਇੱਥੇ ਉੱਥੇ ਭਟਕਣ ਲੱਗ ਪੈਂਦਾ ਹੈ। ਜਿਵੇਂ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਪਹਿਲਾਂ ਪਾਤਰ ਚਾਹੀਦਾ ਹੈ, ਤਾਂ ਹੀ ਵਸਤ ਟਿਕਦੀ ਹੈ। ਬਾਣੀ ਵਿੱਚ ਫਰਮਾਨ ਹੈ, ਇੱਕ ਵਲਛਲ ਕਰਕੇ ਖਾਮਦੇ
ਮੂੰਹੋਂ ਕੂੜ ਕੁਸਤ ਤਿੰਨੀ ਟਾਇਆ। ਇੱਕ ਸਾਖੀ ਹੈ ਕਿ ਇੱਕ ਬਾਬਾ ਕਬੀਰ ਜੀ ਨੂੰ ਕਹਿੰਦਾ ਹੈ ਮੈਨੂੰ ਉਪਦੇਸ਼ ਦਿਓ। ਕਬੀਰ ਸਾਹਿਬ ਕਹਿੰਦੇ ਹਨ ਤੂੰ ਗਿਆਨ ਮੰਗਦਾ ਹੈ, ਪਰ ਕਬੀਰ ਜੀ ਝਾਤੀ ਮਾਰ ਕੇ ਪਹਿਲਾਂ ਦੇਖਦੇ ਹਨ ਭਾਂਡਾ ਕਿਹੋ ਜਿਹਾ ਹੈ। ਕਹਿੰਦੇ ਹਨ ਕਿ ਬਦਲੇ ਵਿੱਚ ਕੀ ਦੇਵੇਂਗਾ। ਉਹ ਕਹਿੰਦਾ ਹੈ ਮੰਗੋ, ਮੈਂ ਬੜਾ ਧਨੀ ਹਾਂ, ਜੋ ਮੰਗੋਗੇ ਦੇ ਦਿਆਂਗਾ। ਕਬੀਰ ਜੀ ਹੱਸ ਪਏ, ਕਹਿੰਦੇ ਆਇਆ ਮੰਗਣ ਹੈ ਤੇ ਦਾਤਾ ਬਣ ਬੈਠਾ ਹੈ। ਪਹਿਲਾਂ ਇਸ ਗੱਲ ਦਾ ਫੈਸਲਾ ਤੇ ਕਰ ਲਈਏ ਕਿ ਮੰਗਤੇ ਹਾਂ ਜਾਂ ਭਿਖਾਰੀ ਹਾਂ। ਕਬੀਰ ਸਾਹਿਬ ਕਿਹਾ ਜਾ ਦੁੱਧ ਦਾ ਕਟੋਰਾ ਲੈ ਕੇ ਆ। ਭੱਜਾ ਭੱਜਾ ਗਿਆ ਤੇ ਦੁੱਧ ਦਾ ਕਟੋਰਾ ਲੈ ਆਇਆ। ਕਹਿੰਦਾ ਲਓ ਜੀ ਕਿਸ ਵਿੱਚ ਪਾਣਾ ਹੈ। ਭਗਤ ਜੀ ਨੇ ਇੱਕ ਇਹੋ ਜਿਹਾ ਬਰਤਨ ਮੰਗਵਾਇਆ ਜਿਹੜਾ ਪੂਰੀ ਤਰ੍ਹਾਂ ਜਰਜਰਾ ਹੋਇਆ ਸੀ, ਜੰਗ ਦਾ ਖਾਦਾ ਹੋਇਆ ਹੈ। ਕਹਿੰਦੇ ਦੁੱਧ ਇਸ ਵਿੱਚ ਪਾ ਦੇ। ਉਹ ਕਦੀ ਕਬੀਰ ਜੀ ਵੱਲ ਦੇਖਦਾ ਹੈ ਤੇ ਕਦੀ ਬਰਤਨ ਵੱਲ ਦੇਖਦਾ ਹੈ। ਉਹਦੀ ਸੋਚ ਕੀ ਕਹਿ ਰਹੀ ਹੈ, ਇਹ ਤਾਂ ਬੜਾ ਗੰਦਾ ਭਾਂਡਾ ਹੈ, ਦੁੱਧ ਵੀ ਖਰਾਬ ਹੋ ਜਾਣਾ ਹੈ। ਕਬੀਰ ਜੀ ਨੇ ਕਿਹਾ ਲਿਆ ਪਾ। ਕਹਿੰਦਾ ਬਾਬਾ ਜੀ ਇਸ ਨੂੰ ਸਾਫ਼ ਕਰ ਲਓ, ਇਹ ਗੰਦਾ ਹੈ। ਤੇ ਫਿਰ ਕਬੀਰ ਜੀ ਕਹਿੰਦੇ ਹਨ ਇਹੀ ਉਪਦੇਸ਼ ਹੈ, ਅਜੇ ਸਾਫ਼ ਨਹੀਂ ਹੋਇਆ, ਅਜੇ ਗੰਦਾ ਹੈ। ਗੱਲ ਇਹੀ ਹੈ ਕਿ ਤੂੰ ਵਸਤ ਮੰਗਣ ਆਇਆ ਹੈ, ਪਰ ਭਾਂਡਾ ਅਜੇ ਗੰਦਾ ਹੈ, ਅਜੇ ਸਾਫ਼ ਨਹੀਂ ਹੋਇਆ, ਅਜੇ ਜਰਜਰਾ ਹੈ, ਬਹੁਤ ਮਲੀਨ ਹੈ। ਹੁਣ ਭਾਂਡਾ ਤੇ ਮਾਂਜਿਆ ਜਾ ਸਕਦਾ ਹੈ, ਪਰ ਜਿਸਨੂੰ ਸਤਿਗੁਰ ਜੀ ਸਾਫ਼ ਕਰਨ ਨੂੰ ਕਹਿ ਰਹੇ ਹਨ ਉਸਨੂੰ ਕਿਸ ਤਰ੍ਹਾਂ ਮਾਂਜੀਏ, ਉਹ ਤਾਂ ਸਥੂਲਤਾ ਹੈ ਨਹੀਂ। ਬਾਣੀ ਵਿੱਚ ਕਿਹਾ ਭਾਂਡਾ ਧੋਏ ਬੈ ਸਤੂਪ ਦੇਵੋ, ਤਉ ਦੂਧੇ ਕੋ ਜਾਵੋ। ਸਿਰਫ ਬਾਹਰੋਂ ਧੋਣ ਦੀ ਗੱਲ ਨਹੀਂ ਕੀਤੀ, ਅੰਦਰੋਂ ਵੀ ਧੋਣਾ ਹੈ ਤੇ ਬਾਹਰੋਂ ਵੀ। ਜੋ ਜਿਹੀ ਵਸਤ ਪਾਉਣੀ ਹੈ ਉਹ ਜਿਹਾ ਭਾਂਡਾ ਹੋਣਾ ਚਾਹੀਦਾ ਹੈ। ਖੱਟਾ ਪਾਣਾ ਹੈ, ਮਿੱਠਾ ਪਾਣਾ ਹੈ, ਸੁੱਕਾ ਜਾਂ ਗਿੱਲਾ, ਜਿਹੋ ਜਿਹੀ ਚੀਜ਼ ਪਾਉਣੀ ਹੋਵੇ ਉਹ ਜਿਹਾ ਭਾਂਡਾ ਅਸੀਂ ਲੈਂਦੇ ਹਾਂ ਤੇ ਭਾਂਡਾ ਤੇ ਮਾਂਜ ਲੈਂਦੇ ਹਾਂ। ਪਰ ਤੂੰ ਵੀ ਜਿੱਥੇ ਚੀਜ਼ ਪਾਉਣੀ ਹੈ ਤੂੰ ਵੀ ਨਿਜ ਮਾਂਜ ਲੈ। ਕਿਹੜਾ ਤਰੀਕਾ ਅਪਣਾਈਏ, ਕਿਵੇਂ ਅਜਲੇ ਹੋਈਏ। ਜੇ ਬਾਹਰ ਮਾਂਜਣਾ ਹੈ ਤੇ ਬਹੁਤ ਸਾਰੀਆਂ ਸਥੂਲ ਚੀਜ਼ਾਂ ਨੇ, ਪਰ ਜੇ ਮਨ ਮਾਂਜਣਾ ਹੈ ਤੇ ਬਾਣੀ ਅੰਦਰ ਫਰਮਾਨ ਹੈ ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕੈ ਨਾਮ ਨਿਵਾਸ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕੈ ਨਾਮ ਨਿਵਾਸ। ਤੇ ਸਤਿਗੁਰ ਪਾਤਸ਼ਾਹ ਜੀ ਮੇਰ ਸਦਕਾ ਅਸੀਂ ਰਲ ਕੇ ਬੈਠਦੇ ਹਾਂ। ਪਾਤਸ਼ਾਹ ਮਿਹਰ ਕਰਨ ਸਾਨੂੰ ਵੀ ਮਨ ਮਾਂਜਣ ਦੀ ਜਾਚ ਆ ਜਾਵੇ। ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਸਤਿਗੁਰ ਪਾਤਸ਼ਾਹ ਮਿਹਰ ਕਰਨ ਤੇ ਕਿਤੇ ਸਾਡੇ ਮਨ ਦੀ ਭਟਕਣਾ ਨੂੰ ਵੀ ਮੁਕਾਣ ਜੋਗੇ ਹੋਈਏ, ਸਾਡਾ ਮਨ ਵੀ ਕਿਤੇ ਗਿੱਜ ਜਾਏ। ਹੋਈਆਂ ਬੇਅੰਤ ਫੁੱਲਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।